अस्सलाम वालेकुम दोस्तों, मैं डॉक्टर लाला अपनी पहली वीडियो ਦੇ ਨਾਲ ਆਪਣੀ ਪਹਿਲੀ ਡਾਕੂਮੈਂਟਰੀ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਜਿਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਇਨਸ਼ਾਅੱਲਾ ਮੈਂ ਜਾਨਵਰਾਂ ਦੀ ਬਿਮਾਰੀਆਂ ਦੇ ਬਾਰੇ, ਆਪਣਾ ਡੇਅਰੀ ਫਾਰਮਿੰਗ ਵਿੱਚ ਇਨਵੈਸਟਮੈਂਟ ਦੇ ਬਾਰੇ ਤੁਹਾਡੀ ਹੈਲਪ ਕਰਾਂਗਾ, ਤੁਹਾਨੂੰ ਗਾਈਡ ਕਰਾਂਗਾ। ਮੈਂ ਆਪਣੀ ਵੀਡੀਓ ਪਹਿਲੀ ਜੋ ਕਿ ਮੈਂ ਇੱਕ ਬਿਮਾਰੀ ਦੇ ਰਿਲੇਟਡ ਬਣਾਈ ਹੈ, ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਅੱਜ ਦੀ ਮੇਰੀ ਡਾਕੂਮੈਂਟਰੀ ਦਾ ਟਾਪਿਕ ਹੈਗਾ ਹਵਾਨਾ ਕੀ ਸੋਜਸ਼। ਇੰਗਲਿਸ਼ ਵਿੱਚ ਇਹਨੂੰ ਮਸਟਾਈਟਸ ਕਹਿੰਦੇ ਨੇ, ਸਾੜੂ ਵੀ ਇਹਨੂੰ ਕਹਿੰਦੇ ਨੇ। ख़ास तौर 'ਤੇ ਇਹ ਬਿਮਾਰੀ ਨਾਲ ਉਹ ਜਾਨਵਰ ਮੁਤਾਸਰ ਹੁੰਦੇ ਨੇ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਹੁੰਦੇ ਨੇ। ਉਹਨਾਂ ਦੇ ਥਣ ਖਰਾਬ ਹੋ ਜਾਂਦੇ ਨੇ, ਉਹਨਾਂ ਦੇ ਥਣਾਂ 'ਚ ਨਾੜ ਪੈ ਜਾਂਦੀ ਹੈ, ਉਹਨਾਂ ਦਾ ਦੁੱਧ ਆਉਣਾ ਬੰਦ ਹੋ ਜਾਂਦਾ ਹੈ, ਜਾਨਵਰ ਨਕਾਰਾ ਹੋ ਜਾਂਦੇ ਨੇ। ਬਹੁਤ ਜ਼ਿਆਦਾ ਮਹਿੰਗੇ ਜਾਨਵਰ ਉਹ ਹਾਫ ਕੀਮਤ ਦੇ ਰਹਿ ਜਾਂਦੇ ਨੇ। ਬਹੁਤ ਜ਼ਿਆਦਾ ਕਿਸਾਨ ਭਾਈਆਂ ਨੂੰ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਬਹੁਤ ਜ਼ਿਆਦਾ ਲੋਕ ਇਸ ਤੋਂ ਪਰੇਸ਼ਾਨ ਹੁੰਦੇ ਨੇ। ਅਤੇ ਤੁਸੀਂ ਇਹਨੂੰ ਬੜਾ ਈਜ਼ੀਲੀ ਇਹਨੂੰ ਸਮਝ ਸਕਦੇ ਹੋ। ਇਹ ਬਿਮਾਰੀ ਨੂੰ ਇਹਦੀਆਂ ਨਿਸ਼ਾਨੀਆਂ ਦਾ ਲਗਾ ਸਕਦੇ ਹੋ ਕਿ ਮੇਰਾ ਜਾਨਵਰ ਇਸ ਬਿਮਾਰੀ ਤੋਂ ਮੁਤਾਸਰ ਹੈ ਜਾਂ ਨਹੀਂ ਮੁਤਾਸਰ। ਅਗਰ ਤੁਹਾਨੂੰ ਸ਼ੱਕ ਪੈਂਦੀ ਹੈ, ਥਣ ਖਰਾਬ ਹੋਣ ਦੀ ਸੂਰਤ ਹਾਲ ਨਜ਼ਰ ਆਉਂਦੀ ਹੈ, ਤੁਸੀਂ ਥਣ ਦੇ ਦੁੱਧ ਵਿੱਚੋਂ ਚਵਾਈ ਕਰਾ ਕੇ ਤੁਸੀਂ ਉਹਨੂੰ ਕਿਸੇ ਅੱਛੇ ਬਰਤਨ 'ਚ ਪਾ ਕੇ ਤੁਸੀਂ ਉਹਦੀ ਰੰਗਤ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਥਣ ਦਾ ਦੁੱਧ ਦੂਸਰੇ ਥਣਾਂ ਦੇ ਮੁਤਾਬਕ ਠੀਕ ਹੈਗਾ ਜਾਂ ਨਹੀਂ ਠੀਕ ਹੈਗਾ। ਇਸ ਤੋਂ ਇਲਾਵਾ ਇੱਕ ਬਹੁਤ ਮਸ਼ਹੂਰ ਟੈਸਟ ਹੈਗਾ ਜਿਹਨੂੰ ਸਰਫ ਟੈਸਟ ਕਹਿੰਦੇ ਨੇ। ਉਹਦਾ ਤੁਸੀਂ ਸਰਫ ਦਾ ਮਹਿਲੂਲ ਤਿਆਰ ਕਰ ਸਕਦੇ ਹੋ, ਯਾਨੀ ਕਿ ਤੁਸੀਂ ਤਕਰੀਬਨ ਹਾਫ ਲੀਟਰ ਪਾਣੀ ਲੈ ਕੇ ਉਹਦੇ 'ਚ 3-4 ਚਮਚੇ ਤੁਸੀਂ ਸਰਫ ਦੇ ਪਾ ਕੇ ਉਹ ਇੱਕ ਮਹਿਲੂਲ ਬਣਾ ਕੇ ਅਤੇ ਤੁਸੀਂ 4 ਬਰਤਨ ਦੇ ਵਿੱਚ ਥੋੜ੍ਹਾ ਥੋੜ੍ਹਾ ਦੁੱਧ ਦੀ ਚਵਾਈ ਕਰਾ ਕੇ ਉਹਨੂੰ ਮਹਿਲੂਲ ਹੱਲ ਕਰਕੇ ਤੁਸੀਂ ਦੇਖ ਸਕਦੇ ਹੋ। ਅਗਰ ਤਾਂ ਉਹਦੀਆਂ ਫੁਟਕੀਆਂ ਬਣ ਜਾਣ ਜਾਂ ਦੁੱਧ ਦੇ ਰੇਸ਼ੇ ਵਗੈਰਾ ਬਣ ਜਾਣ, ਉਹ ਜਿਸ ਥਣ ਦੇ ਬਣਨ ਉਹਦੇ ਵਿੱਚ ਉਸ ਸਾੜੂ ਦੇ ਹਵਾਨੇ ਦੀ ਜਿਹੜੀ ਮਸਟਾਈਟਸ ਹੈ ਉਹਦੀ ਅਲਾਮਤ ਜਿਹੜੀਆਂ ਨੇ ਉਹ ਵਾਜ਼ਿਹ ਹੋ ਜਾਂਦੀਆਂ ਨੇ। ਲਿਹਾਜ਼ਾ ਤੁਸੀਂ ਉਹਦੇ ਤਦਾਰਕ ਵਾਸਤੇ, ਉਹਦੇ ਇਲਾਜ ਵਾਸਤੇ ਤੁਹਾਨੂੰ ਬਿਲਕੁਲ ਅਲਰਟ ਹੋ ਜਾਣਾ ਚਾਹੀਦਾ ਹੈ। ਅਤੇ ਇਹਦੇ ਬਹੁਤ ਜ਼ਿਆਦਾ ਇਲਾਜ ਹੈਗੇ ਨੇ, ਬਹੁਤ ਜ਼ਿਆਦਾ ਅੰਗਰੇਜ਼ੀ ਇਲਾਜ ਨੇ ਇਹਦੇ, ਬਹੁਤ ਜ਼ਿਆਦਾ ਦੇਸੀ ਇਲਾਜ ਨੇ। ਦੇਸੀ ਇਲਾਜਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਨੁਸਖਾ ਦੱਸਦਾ ਹੈ, ਇਹਨੂੰ ਤੁਸੀਂ ਨੁਸਖਾ ਨੰਬਰ ਮੇਰਾ 1 ਕਹਿ ਸਕਦੇ ਹੋ। ਇਹਦੇ ਵਿੱਚ ਤੁਸੀਂ ਲਸਣ ਲੈਣਾ ਹੈ 1 ਪਾਓ, ਸਾਬਤ ਲਸਣ 1 ਪਾਓ ਲੈਣਾ ਹੈ। ਘੀ ਜਾਂ ਮੱਖਣ, ਅਲਸੀ ਜਾਂ ਸਰਸੋਂ ਦਾ ਤੇਲ 1 ਪਾਓ ਲੈਣਾ ਹੈ। ਦੋਨਾਂ ਨੂੰ ਮਿਕਸ ਕਰਕੇ ਇੱਕ ਖੁਰਾਕ ਰੋਜ਼ਾਨਾ ਕਮ ਅਜ਼ ਕਮ 5 ਦਿਨ ਤੱਕ ਦੇਣੀ ਹੈ। ਇਨਸ਼ਾਅੱਲਾ ਇਹਦੇ ਨਾਲ ਵੀ ਹਵਾਨੇ ਦੀ ਜਿਹੜੀ ਪ੍ਰੋਬਲਮ ਹੋਈ, ਥਣਾਂ ਦਾ ਜਿਹੜਾ ਮਸਲਾ ਹੋਇਆ ਉਹ ਠੀਕ ਹੋ ਸਕਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਨੁਸਖਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਾਂ। ਤੁਸੀਂ ਕਲਮੀ ਸ਼ੋਰਾ ਲੈਣਾ ਹੈ 30 ਗ੍ਰਾਮ, ਨਸ਼ਾਦਰ ਲੈਣੀ ਹੈ 30 ਗ੍ਰਾਮ, ਜੌ ਖਾਰ ਲੈਣਾ ਹੈ 15 ਗ੍ਰਾਮ, ਚੀਨੀ ਲੈਣੀ ਹੈ ਅੱਧਾ ਪਾਓ। ਇਹਦੀ ਇੱਕ ਖੁਰਾਕ ਬਣਾ ਲੈਣੀ ਹੈ, ਕਮ ਅਜ਼ ਕਮ 5 ਦਿਨ ਤੁਸੀਂ ਦੇਣੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਨੁਸਖੇ ਨੇ, ਜਿਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਇੱਕ ਹੋਰ ਨੁਸਖਾ ਸ਼ੇਅਰ ਕਰਨਾ ਚਾਹ ਰਿਹਾ। ਤੁਸੀਂ ਹਾਲੋ ਲੈਣੀ ਹੈ 1 ਸਟਾਕ, ਮੇਥਰੇ ਲੈਣੇ ਨੇ 1 ਸਟਾਕ, ਅਲਸੀ ਲੈਣੀ ਹੈ 1 ਸਟਾਕ, ਸੁੰਡ ਲੈਣੀ ਹੈ ਤੁਸੀਂ ਅੱਧੀ ਸਟਾਕ। ਇਹ ਤਮਾਮ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਗੁੜ ਵਿੱਚ ਮਿਲਾ ਕੇ ਕਮ ਅਜ਼ ਕਮ 3-4 ਦਿਨ ਤੁਸੀਂ ਦੇਣਾ ਹੈ। ਇਹ ਵੀ ਬਹੁਤ ਅੱਛਾ, ਬਹੁਤ ਮੁਫੀਦ ਨੁਸਖਾ ਹੈ। ਇਹਦੇ ਨਾਲ ਇਨਸ਼ਾਅੱਲਾ ਕਾਫੀ ਹੱਦ ਤੱਕ ਤੁਹਾਡੇ ਜਾਨਵਰ ਨੂੰ ਕਾਫੀ ਹੱਦ ਤੱਕ ਜਿਹੜਾ ਨਾ ਅਫਾਕਾ ਹੋਏਗਾ। ਇਸ ਤੋਂ ਇਲਾਵਾ ਇੱਕ ਹੋਰ ਵੀ ਦੇਸੀ ਨੁਸਖਾ ਮੇਰੇ ਜ਼ਿਹਨ 'ਚ ਆ ਰਿਹਾ, ਉਹ ਵੀ ਮੈਂ ਤੁਹਾਡੇ ਦੋਸਤਾਂ ਦੇ ਨਾਲ ਸ਼ੇਅਰ ਕਰਦਾ ਚੱਲਾਂ। ਉਹਦੇ ਵਿੱਚ ਤੁਸੀਂ ਕਲਮੀ ਸ਼ੋਰਾ ਲੈਣਾ ਹੈ 200 ਗ੍ਰਾਮ, ਸਾਤੂ ਲੀਮੂ ਲੈਣਾ ਹੈ 200 ਗ੍ਰਾਮ, ਠੀਕਰੀ ਨਸ਼ਾਦਰ ਲੈਣੀ ਹੈ 200 ਗ੍ਰਾਮ, ਸ਼ੀਸ਼ਾ ਨਮਕ ਲੈਣਾ ਹੈ 200 ਗ੍ਰਾਮ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਇਹਨਾਂ ਨੂੰ ਬਰੀਕ ਕਰ ਲੈਣਾ, ਪੀਸ ਲੈਣਾ ਹੈ। ਇਹਦੀਆਂ ਤੁਸੀਂ 5 ਖੁਰਾਕ ਬਣਾ ਕੇ ਤੁਸੀਂ ਰੋਜ਼ਾਨਾ ਦੀ ਇੱਕ ਖੁਰਾਕ ਦੇਣੀ। ਇਨਸ਼ਾਅੱਲਾ ਇਹ ਬਹੁਤ ਜ਼ਿਆਦਾ ਮੁਫੀਦ ਔਰ ਬਹੁਤ ਜ਼ਿਆਦਾ ਕਾਰਆਮਦ ਨੁਸਖਾ ਹੈ। ਇਹ ਨੁਸਖਾ ਯੂਜ਼ ਕਰਨ ਤੋਂ ਬਾਅਦ ਮੈਨੂੰ ਉਮੀਦ ਹੈਗੀ ਕਿ ਤੁਹਾਡੇ ਜਾਨਵਰ ਨੂੰ ਜ਼ਰੂਰ ਫਾਕਾ ਹੋਏਗਾ। ਔਰ ਆਖਰ 'ਤੇ ਮੈਂ ਤੁਹਾਨੂੰ ਕੁਝ ਇਹਤਿਆਤੀ ਤਦਾਬੀਰ ਦੱਸਦਾ ਜਿਹਦੇ ਜ਼ਰੀਏ ਨਾਲ ਤੁਸੀਂ ਆਪਣੇ ਜਾਨਵਰ ਦੀ ਸਿਹਤ ਦਾ ਖਿਆਲ ਰੱਖ ਸਕਦੇ ਹੋ। ਇਹਨਾਂ ਚੀਜ਼ਾਂ 'ਤੇ, ਇਹਨਾਂ ਗੱਲਾਂ 'ਤੇ ਅਮਲ ਕਰਕੇ ਤੁਸੀਂ ਇਸ ਬਿਮਾਰੀ ਤੋਂ ਬਚ ਸਕਦੇ ਹੋ। ਤੁਸੀਂ ਬਰ ਵਕਤ ਇਹਨਾਂ ਚੀਜ਼ਾਂ ਨੂੰ ਅਗਰ ਆਪਣੀ ਰੂਟੀਨ ਦਾ ਇੱਕ ਹਿੱਸਾ ਬਣਾ ਲਓਗੇ ਤਾਂ ਕਾਫੀ ਹੱਦ ਤੱਕ ਤੁਹਾਡੇ ਜਾਨਵਰ ਇਸ ਦਾ ਸ਼ਿਕਾਰ ਹੀ ਨਹੀਂ ਹੋਣਗੇ। ਖ਼ਾਸ ਤੌਰ 'ਤੇ ਹਫਸਾਨੇ ਸਿਹਤ ਦੇ ਜਿਹੜੇ ਕਵਾਨੀਨ ਹੁੰਦੇ ਨੇ, ਤੁਸੀਂ ਦੁੱਧ ਦੀ ਚਵਾਈ ਤੋਂ ਪਹਿਲੇ ਆਪਣੇ ਜਾਨਵਰ ਦੀ ਅੱਛੀ ਤਰ੍ਹਾਂ ਸਫਾਈ ਕਰੋ, ਉਹਨੂੰ ਕੋਸ਼ਿਸ਼ ਕਰੋ ਉਹਨੂੰ ਨਹਿਲਾ ਲਓ ਅਤੇ ਜਿਹੜੇ ਗੋਬਰ ਦੇ ਜਰਾਸੀਮ ਲੱਗੇ ਨੇ ਉਹ ਉਤਾਰ ਲਓ। ਉਸ ਤੋਂ ਇਲਾਵਾ ਉਹਦੇ ਥਣਾਂ ਦੀ ਅੱਛੀ ਤਰ੍ਹਾਂ ਸਫਾਈ ਕਰੋ, ਕੋਸ਼ਿਸ਼ ਕਰੋ ਕਿ ਡਿਟੋਲ ਪਾ ਕੇ ਉਹਦੇ ਥਣਾਂ ਦੀ ਸਫਾਈ ਕੀਤੀ ਜਾਏ, ਆਪਣੇ ਹੱਥਾਂ ਦੀ ਸਫਾਈ ਕੀਤੀ ਜਾਏ। ਔਰ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਇੱਕ ਅਹਿਮ ਗੱਲ, ਦੁੱਧ ਦੀ ਚਵਾਈ ਤੋਂ ਬਾਅਦ ਕਿਉਂਕਿ ਥਣਾਂ ਦੇ ਸੁਰਾਖ ਜਿਹੜੇ ਨੇ ਉਹ ਓਪਨ ਹੋ ਜਾਂਦੇ ਨੇ, ਕਿਸੇ ਵੀ ਸੂਰਤ ਆਪਣੇ ਜਾਨਵਰ ਨੂੰ ਨੀਚੇ ਬੈਠਣ ਨਹੀਂ ਦੇਣਾ। ਕਮ ਅਜ਼ ਕਮ ਉਹਨੂੰ 1 ਘੰਟੇ ਤੱਕ ਧਿਆਨ ਲਾਈ ਰੱਖਣਾ ਹੈ। ਇਸਦਾ ਬਿਹਤਰੀਨ ਇੱਕ ਤਰੀਕਾ ਹੈਗਾ, ਉਹਦੇ ਅੱਗੇ ਤੁਸੀਂ ਚਾਰਾ ਵਗੈਰਾ ਡਾਲ ਦਿਓ ਤਾਂ ਕਿ ਉਹ ਖਾਂਦਾ ਰਹੇ।
आखिर ते मैं उम्मीद करदा कि मेरे इस डॉक्यूमेंट्री ते अमल करके इहदियां चीज़ां दा तुसीं यूज़ करके अपने जानवर दी सेहत दा इंशाअल्लाह बेहतरीन ख्याल रख सकदे हो और ख़ास तौर पर इस मस्टाइटिस साड़ू दी बीमारी तो अपने जानवरां दा बचा सकदे हो। तो इंशाअल्लाह मेरी अगलियां वीडियो वास्ते ज़रूरी है कि तुसीं मेरे चैनल नूं सबसक्राइब करो ताकि और भी मज़ीद अच्छे नुस्खा जात मैं तुहानूं पहुंचा सकां। मेहरबानी, थैंक यू ते रब राखा।